ਦਾ ਸਿੱਖ ਗੁਰਦੁਆਰਾ ਸੋਧ ਬਿੱਲ 2023 ਦੀ ਜੋ ਇਸ ਵੇਲੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਇਹ ਬਿੱਲ ਲਿਆਂਦਾ ਗਿਆ, ਜਿਸ ਤੋਂ ਬਾਅਦ 1925 ਐਕਟ ਦੇ ਵਿੱਚ ਸੋਧ ਕਰਕੇ ਕਿਹਾ ਗਿਆ ਕਿ 125 ਇਹ ਧਾਰਾ ਜੋੜ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਹੁਣ ਹਰ ਕਿਸੇ ਨੂੰ ਮਿਲ ਸਕੇਗਾ। ਪਰ ਇਸ ਸੋਧ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦਖਲ ਅੰਦਾਜ਼ੀ ਹੈ। ਜਨਵਰੀ 1959 ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਦੇ ਵੱਲੋਂ ਇੱਕ ਅਮੈਂਡਮੈਂਟ ਕੀਤੀ ਗਈ, ਪਰ ਉਸ ਦਾ ਵਿਰੋਧ ਹੋਇਆ। ਤਾਂ ਉਸ ਤੋਂ ਬਾਅਦ ਅਪ੍ਰੈਲ 1959 ਦੇ ਵਿੱਚ ਨਹਿਰੂ ਤਾਰਾ ਪੈਕਟ ਜਿਹੜਾ ਹੈ, ਮਾਸਟਰ ਤਾਰਾ ਸਿੰਘ ਪੈਕਟ ਹੁੰਦਾ ਹੈ, ਤੇ ਉਸ ਦੇ ਵਿੱਚ ਇਹ ਸਾਫ਼ ਕਿਹਾ ਗਿਆ ਸੀ ਕਿ ਗੁਰਦੁਆਰਾ ਕਮੇਟੀ ਦੀ ਸਲਾਹ ਤੋਂ ਬਗੈਰ ਕੋਈ ਵੀ ਸੋਧ ਗੁਰਦੁਆਰਾ ਐਕਟ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਤੇ ਉਸ ਤੋਂ 64 ਸਾਲਾਂ ਬਾਅਦ ਇਸ ਤਰੀਕੇ ਦਾ ਕੋਈ ਕਦਮ ਸੂਬੇ ਦੀ ਸਰਕਾਰ ਨੇ ਚੁੱਕਿਆ ਹੈ। ਇਹ ਕਦਮ ਕਿੰਨਾ ਕੁ ਜਾਇਜ਼ ਹੈ, ਕੀ ਇਹ ਗੈਰ ਸੰਵਿਧਾਨਕ ਹੈ, ਇਸ ਦਾ ਸਿੱਖਾਂ ਦੇ ਉੱਤੇ ਭਵਿੱਖ ਦੇ ਵਿੱਚ ਕੀ ਅਸਰ ਹੋਵੇਗਾ, ਇਹਨਾਂ तमाम ਗੱਲਾਂ ਦੇ ਉੱਤੇ ਚਰਚਾ ਕਰਾਂਗੇ। ਸਾਡੇ ਨਾਲ ਸੀਨੀਅਰ ਐਡਵੋਕੇਟ ਐਚ.ਐਸ. ਫੁਲਕਾ ਜੀ ਸਟੂਡੀਓ 'ਚ ਮੌਜੂਦ ਨੇ। ਫੁਲਕਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਤੇ ਸਰ, ਮੇਰਾ ਸਭ ਤੋਂ ਪਹਿਲਾ ਸਵਾਲ ਇਸ ਐਕਟ ਦੇ ਨਾਲ ਹੀ ਜੁੜਿਆ ਹੋਇਆ ਹੈ, ਜਿਹੜਾ ਸੋਧ ਬਿੱਲ ਪੰਜਾਬ ਦੀ ਵਿਧਾਨ ਸਭਾ 'ਚ ਲਿਆਂਦਾ ਗਿਆ, ਦਾ ਸਿੱਖ ਗੁਰਦੁਆਰਾ ਸੋਧ ਬਿੱਲ 2023। ਇਹ ਕੀ ਹੈ, ਇਸ ਦੇ ਵਿੱਚ ਕੀ ਕਿਹਾ ਗਿਆ ਹੈ ਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਇੱਕ ਖਤਰਨਾਕ ਪਰੰਪਰਾ ਹੈ? ਦੇਖੋ, ਜੋ ਇਸ ਬਿੱਲ ਦੇ ਵਿੱਚ ਕਿਹਾ ਉਹਦੇ ਅਸੀਂ ਖਿਲਾਫ ਨਹੀਂ ਆ। ਜੋ ਇਹ ਦੇਖੋ, ਕਾਪੀਰਾਈਟ ਕਿਸੇ ਇੱਕ ਚੈਨਲ ਦਾ ਖਤਮ ਕਰਨਾ ਬਿਲਕੁਲ ਬਣਦਾ ਸੀ। ਕਿਸੇ ਇੱਕ ਚੈਨਲ ਦਾ ਕਾਪੀਰਾਈਟ ਹੋ ਹੀ ਨਹੀਂ ਸਕਦਾ। ਕਾਪੀਰਾਈਟ ਦਾ ਮਤਲਬ ਹੁੰਦਾ ਮਲਕੀਅਤ। ਇਹ ਗੁਰਬਾਣੀ ਤਾਂ ਐਚਈਪੀਸੀ ਦੀ ਵੀ ਮਲਕੀਅਤ ਨਹੀਂ ਹੈ ਜੀ। ਇਹ ਗੁਰਬਾਣੀ ਗੁਰੂਆਂ ਦੀ ਬਾਣੀ, ਐਚਈਪੀਸੀ ਸਿਰਫ ਉਹਦਾ ਪ੍ਰਬੰਧ ਕਰਦੀ ਆ, ਉਹਦੀ ਮਲਕੀਅਤ ਕਲੇਮ ਨਹੀਂ ਕਰ ਸਕਦੀ। ਤੇ ਐਚਈਪੀਸੀ ਨੇ ਕਿਸੇ ਹੋਰ ਚੈਨਲ ਨੂੰ ਅਧਿਕਾਰ ਦਿੱਤਾ ਤੇ ਉਹ ਮਲਕੀਅਤ ਕਿਵੇਂ ਦੇ ਸਕਦੇ ਜੋ ਖੁਦ ਮਾਲਕ ਨਹੀਂ ਹਨ? ਪਹਿਲੀ ਗੱਲ। ਦੂਜੀ ਗੱਲ, ਇਹ ਗੁਰਬਾਣੀ ਦਾ ਫ੍ਰੀ ਪ੍ਰਸਾਰਣ ਹੋਣਾ ਚਾਹੀਦਾ, ਇਹ ਬਿਲਕੁਲ ਸਹੀ ਗੱਲ ਆ ਔਰ ਇਹ ਗੱਲ ਹੈ। ਪਰ ਜਿਸ ਤਰੀਕੇ ਦੇ ਨਾਲ ਇਹ ਅਮੈਂਡਮੈਂਟ ਬਿੱਲ ਨੂੰ ਪਾਸ ਕੀਤਾ ਗਿਆ, ਉਹ ਤਰੀਕਾ ਬੜਾ ਇੱਕ ਡੇਂਜਰਸ ਪ੍ਰੈਸੀਡੈਂਟ ਸੈੱਟ ਕਰ ਰਿਹਾ, ਬਲਕਿ ਇੱਕ ਬੜੀ ਖਤਰਨਾਕ ਪਰੰਪਰਾ ਉਹ ਤਰੀਕਾ ਸੈੱਟ ਕਰ ਰਿਹਾ। ਤੇ ਅੱਜ ਸਾਨੂੰ ਲੋਕਾਂ ਨੂੰ, ਬਲਕਿ ਮੈਂ ਹੁਣ ਜਿਹੜਾ ਐਂਟੀ ਬਾਦਲ ਹਾਂ, ਮੈਂ ਇਸ ਚੀਜ਼ ਦੇ ਪੂਰਾ ਵਿਰੋਧ ਵਿੱਚ ਸੀ ਕਿ ਜਿਹੜਾ ਇੱਕ ਚੈਨਲ ਨੂੰ ਇਹਦੇ 'ਚ ਕਾਪੀਰਾਈਟ ਜਾਂ ਮਲਕੀਅਤ ਨਹੀਂ ਹੋਣੀ ਚਾਹੀਦੀ। ਮੇਰੇ ਵਰਗੇ ਬੰਦੇ ਨੂੰ ਵੀ ਇਸ ਦਾ ਤਰੀਕਾ ਜੋ ਇਹਦਾ ਵਿਰੋਧ ਕਰਨਾ ਪੈ ਰਿਹਾ, ਕਿਉਂਕਿ ਜੇਕਰ ਇੱਕ ਅੱਜ ਅਸੀਂ ਇਹ ਪਰੰਪਰਾ ਮੰਨ ਲਈ, ਇਹ ਵਾਲੀ, ਕਿ ਜੀ ਸਰਕਾਰ ਆਪਣੀ ਮਰਜ਼ੀ ਨਾਲ ਇਸ ਐਕਟ ਵਿੱਚ ਜੋ ਵੀ ਸੋਧ ਚਾਹੇ ਉਹ ਕਰ ਸਕਦੀ ਆ। ਕਿਉਂਕਿ ਦੇਖੋ, ਸਰਕਾਰ ਕਹਿੰਦੀ ਹੈ ਸੋਧ ਤਾਂ ਕਰ ਨਹੀਂ ਰਹੇ, ਪਰ ਜੋ ਇਹ ਹੈ, ਤੁਸੀਂ ਬਿੱਲ ਦਾ ਨਾਮ ਪੜ੍ਹ ਲਓ ਜੀ, ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ। ਅਮੈਂਡਮੈਂਟ ਤਾਂ ਪੰਜਾਬੀ ਸੋਧ ਹੀ ਹੁੰਦੀ ਹੈ ਨਾ, ਉਹ ਤਾਂ ਸੋਧ ਆ, ਇਹ ਕਹਿਣ ਨੂੰ ਨਹੀਂ, ਇਹ ਸੋਧ ਹੀ ਆ। ਹੁਣ ਇਹ ਜਿਹੜੀ ਅੱਜ ਅਸੀਂ ਜੇਕਰ ਇਹ ਗੱਲ ਮੰਨ ਲਈ, ਤਾਂ ਜਿਹੜਾ ਹੁਣ ਤੱਕ ਪੁਰਾਣੀ ਪਰੰਪਰਾ ਚੱਲਦੀ ਆ ਰਹੀ ਹੈ, ਪੁਰਾਣਾ ਪ੍ਰੈਸੀਡੈਂਟ ਫੋਲੋ ਹੁੰਦਾ ਹੋ ਰਿਹਾ, ਅਸੀਂ ਇਹਦਾ ਮਤਲਬ ਉਹਨੂੰ ਖਤਮ ਕਰਤਾ। ਇਹ ਸਿਰਫ ਨਹਿਰੂ ਮਾਸਟਰ ਤਾਰਾ ਸਿੰਘ ਪੈਕਟ ਦੀ ਗੱਲ ਨਹੀਂ। ਜਦੋਂ ਤੋਂ 1925 ਤੋਂ ਜਦੋਂ ਤੋਂ ਇਹ ਐਕਟ ਬਣਿਆ, ਜਦੋਂ ਤੋਂ ਇਹ ਐਕਟ, ਉਦੋਂ ਤੋਂ, ਚਾਹੇ ਉਹ ਅੰਗਰੇਜ਼ਾਂ ਦੀ ਸਰਕਾਰ ਸੀ, ਚਾਹੇ ਉਹ ਆਜ਼ਾਦੀ ਤੋਂ ਮਗਰੋਂ ਜੇ ਹਿੰਦੁਸਤਾਨ ਦੀ, ਇੰਡੀਆ ਦੀ, ਭਾਰਤ ਦੀ ਸਰਕਾਰ ਸੀ, ਉਹ ਸਾਰਿਆਂ ਨੇ ਨਾ ਇਸ ਚੀਜ਼ ਨੂੰ ਮੰਨਿਆ ਕਿ ਇਸ ਐਕਟ ਦੇ ਵਿੱਚ ਇੱਕ ਜੋ ਵੀ ਇਹਦੇ 'ਚ ਸੋਧ ਕੀਤੀ ਜਾਵੇਗੀ, ਤਬਦੀਲੀ ਕੀਤੀ ਜਾਵੇਗੀ, ਉਹ ਸਿੱਖਾਂ ਤੋਂ ਤੇ ਐਚਈਪੀਸੀ ਤੋਂ ਪੁੱਛ ਕੇ ਕੀਤੀ ਜਾਏਗੀ। 1942 'ਚ ਅੰਗਰੇਜ਼ਾਂ ਦੇ ਵੇਲੇ ਸਿਕੰਦਰ-ਏ-ਹਯਾਤ ਤੇ ਮਾਸਟਰ ਬਲਦੇਵ ਸਿੰਘ ਨੇ ਵੀ ਇਸੇ ਚੀਜ਼ ਨੂੰ ਅੰਡੋਸ ਕੀਤਾ, ਇਸੇ ਨੂੰ ਮੰਨਿਆ। ਉਸ ਤੋਂ ਆਜ਼ਾਦੀ ਤੋਂ ਬਾਅਦ ਇਹ ਨਹਿਰੂ ਤੇ ਮਾਸਟਰ ਤਾਰਾ ਸਿੰਘ ਨੇ ਵੀ ਇਸੇ ਚੀਜ਼ ਨੂੰ ਮੰਨਿਆ। ਇਹ ਕੋਈ ਵਿਅਕਤੀਗਤ ਸਮਝੌਤੇ ਨਹੀਂ ਹਨ, ਇਹ ਇੱਕ ਤਰ੍ਹਾਂ ਦੀ ਅੰਡਰਸਟੈਂਡਿੰਗ ਹੈ, ਇੱਕ ਤਰ੍ਹਾਂ ਦਾ ਇਹ ਸਮਝੌਤਾ ਸਿੱਖਾਂ ਤੇ ਭਾਰਤ ਸਰਕਾਰ ਵਿੱਚ ਆ ਕਿ ਇਹ ਜਿਹੜਾ ਇਹ ਐਕਟ ਆ, ਇਸ ਤਰ੍ਹਾਂ 'ਚ ਕਿਸੇ ਤਰ੍ਹਾਂ ਦੀ ਅਮੈਂਡਮੈਂਟ ਨਹੀਂ ਕੀਤੀ ਜਾਏਗੀ ਬਿਨਾਂ ਇਹ ਸਿੱਖਾਂ ਤੋਂ ਤੇ ਐਚਜੀਪੀਸੀ ਤੋਂ ਪੁੱਛੇ। ਪਹਿਲੀ ਵਾਰ ਇਤਿਹਾਸ ਵਿੱਚ 1925 ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਜਿਹੜੀ 1959 ਦੀ ਅਮੈਂਡਮੈਂਟ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਅਮੈਂਡਮੈਂਟ ਵੀ ਐਚਜੀਪੀਸੀ ਦੇ ਪ੍ਰਧਾਨ ਤੋਂ ਪੁੱਛ ਕੇ ਕੀਤੀ ਗਈ ਸੀ, ਪਰ ਉਹ ਇਕੱਲੇ ਪ੍ਰਧਾਨ ਤੋਂ ਪੁੱਛਿਆ ਸੀ। ਉਹ ਉਸ ਦਾ ਵੀ ਸਿੱਖਾਂ ਨੇ ਇੰਨਾ ਵੱਡਾ ਵਿਰੋਧ ਕੀਤਾ, ਪਰ ਹੁਣ ਤੱਕ ਕਿਸੇ ਨੂੰ ਬਿਲਕੁਲ ਹੀ ਪੁੱਛਿਆ ਨਹੀਂ ਨਾ ਗਿਆ, ਕੰਸਲਟ ਹੀ ਨਹੀਂ ਕੀਤਾ ਗਿਆ। ਜੇਕਰ ਦੇਖੋ, ਇਹ ਗੱਲ ਅਸੀਂ ਇੱਕ ਵਾਰੀ ਇਹ ਲੀ ਪਾ ਲਈ ਕਿ ਜੀ ਬਿਨਾਂ ਸਿੱਖਾਂ ਤੋਂ ਤੇ ਐਚਜੀਪੀਸੀ ਤੋਂ ਪੁੱਛੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਸੋਧ ਜਾਂ ਅਮੈਂਡਮੈਂਟ ਹੋ ਸਕਦੀ ਆ, ਤਾਂ ਅੱਗੇ ਤੋਂ ਆਉਣ ਵਾਲੀ ਕਿਸੇ ਵੀ ਸਰਕਾਰ ਨੇ
ਇਹ ਸਿੱਖਾਂ ਨੂੰ ਤੇ ਐਜੀਪੀਸੀ ਨੂੰ ਪੁੱਛਣਾ ਨਹੀਂ। ਠੀਕ ਹੈ, ਇੱਕ ਮੈਂ ਹੋਰ ਬੁਨਿਆਦੀ ਜਿਹਾ ਸਵਾਲ ਕਿ ਇਹ ਕੇਂਦਰੀ ਗੁਰਦੁਆਰਾ ਐਕਟ ਹੈ, ਕੇਂਦਰ ਪਾਰਲੀਮੈਂਟ ਜਿਹੜੀ ਆ ਉਹੀ ਸੋਧ ਕਰ ਸਕਦੀ ਹੈ। ਸੂਬਾ ਸਰਕਾਰ ਇਹ ਕਹਿ ਰਹੀ ਹੈ ਕਿ ਨਹੀਂ, ਸੂਬਾ ਸਰਕਾਰ ਵੀ ਸੋਧ ਕਰ ਸਕਦੀ ਹੈ। ਉਹ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਰਿਆਣਾ ਦੀ ਜਿਹੜੀ HSGMC ਬਣੀ ਹੈ ਉਹਦਾ ਹਵਾਲਾ ਦਿੰਦੇ ਆ। ਇਹ ਕਲੀਅਰ ਕਰੋ ਕਿ ਕੀ ਇਹ ਸੂਬੇ ਦੀ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਕਿ ਉਹ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰ ਸਕੇ? ਦੇਖੋ, ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ, ਇਹ ਜਿਹੜਾ ਐਕਟ ਹੈ ਸਟੇਟ ਐਕਟ ਹੈ ਜੀ। 1966 ਤੋਂ ਪਹਿਲਾਂ ਜਿੰਨੀਆਂ ਵੀ ਇਹਦੇ 'ਚ ਅਮੈਂਡਮੈਂਟ ਹੋਈਆਂ ਉਹ ਐਜੀਪੀਸੀ ਤੋਂ ਦੀ ਸਹਿਮਤੀ ਨਾਲ ਹੋਈਆਂ, ਪਰ ਉਹ ਪੰਜਾਬ ਅਸੈਂਬਲੀ ਨੇ ਕੀਤੀਆਂ। ਇਹ 1966 ਤੋਂ ਮਗਰੋਂ ਜਦੋਂ ਇਹ ਐਜੀਪੀਸੀ 4 ਸਟੇਟਾਂ ਦੀ ਬਣ ਗਈ, ਇਹ 4 ਸਟੇਟਾਂ ਦੀ ਬਾਡੀ ਬਣਨ ਦੇ ਕਰਕੇ ਇਹ ਸੈਂਟਰ ਦੇ ਥੱਲੇ ਆ ਗਈ। ਉਸ ਤੋਂ ਬਾਅਦ ਜਿੰਨੀਆਂ ਸੋਧ ਕੀਤੀਆਂ ਉਹ ਸੈਂਟਰ ਸਰਕਾਰ ਨੇ ਕੀਤੀਆਂ। ਉਸ ਤੋਂ ਮਗਰੋਂ ਆ ਗਿਆ ਹਰਿਆਣਾ ਸਰਕਾਰ ਦਾ ਵਿੱਚ। ਹਰਿਆਣਾ ਨੇ ਜੋ ਆਪਣਾ ਬਿੱਲ ਪਾਸ ਕੀਤਾ, ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ, ਹਰਿਆਣਾ ਅਸੈਂਬਲੀ ਨੇ ਵੀ ਜੋ ਹਰਿਆਣਾ ਗੁਰਦੁਆਰਾ ਐਕਟ ਪਾਸ ਕੀਤਾ ਉਹ ਜੋ ਸਿੱਖਾਂ ਦਾ ਤੇ ਸਰਕਾਰ ਦਾ ਸਮਝੌਤਾ ਸੀ ਉਹਦੇ ਮੁਤਾਬਕ ਹੀ ਕੀਤਾ। ਹਰਿਆਣਾ ਦੇ ਐਸਜੀਪੀਸੀ ਦੇ 13 ਮੈਂਬਰ ਨੇ, ਉਹਨਾਂ ਚੋਂ 9 ਮੈਂਬਰਾਂ ਨੇ ਉਹ ਬਿੱਲ ਅਪਰੂਵ ਕੀਤਾ। ਉਦੋਂ ਹੁੱਡਾ ਸਰਕਾਰ ਸੀ ਉੱਥੇ। ਉਹ 9 ਮੈਂਬਰਾਂ ਨੇ 2/3 ਮੈਜੋਰਟੀ ਨੇ ਉਹ ਬਿੱਲ ਅਪਰੂਵ ਕੀਤਾ। ਉਹ ਅਪਰੂਵ ਕੀਤਾ ਵਾ ਹੂ ਬਿੱਲ ਅਸੈਂਬਲੀ ਨੇ ਪਾਸ ਕੀਤਾ। ਔਰ ਉਦੋਂ ਬਾਅਦ ਸੁਪਰੀਮ ਕੋਰਟ ਨੇ ਕਹਿਤਾ ਕਿ ਹਰਿਆਣਾ ਅਸੈਂਬਲੀ ਨੂੰ ਅਖਤਿਆਰ ਆ, ਉਹ ਆਪਣੀ ਸਟੇਟ ਦੀ ਇੱਕ ਗੁਰਦੁਆਰਾ ਕਮੇਟੀ ਬਣਾ ਸਕਦੀ ਹੈ। ਹੁਣ ਉਹ ਕੱਲੀ ਇੱਕ ਹਰਿਆਣਾ ਸਟੇਟ ਦੀ ਕਮੇਟੀ ਬਣ ਗਈ। ਕੀ ਉਹਦੇ ਵਿੱਚ ਜਿਹੜਾ ਗੁਰਦੁਆਰੇ ਨੂੰ ਡੀ ਨੋਟੀਫਾਈ ਕਰਨ ਦਾ ਜ਼ਿਕਰ ਆਉਂਦਾ ਹੈ, ਉਹਦੀ ਕੋਈ ਹੈ ਜ਼ਿਕਰ ਹੈ ਕਿ ਡੀ ਨੋਟੀਫਾਈਡ ਨਹੀਂ ਹੁੰਦੇ ਉਦੋਂ ਤੱਕ ਕੋਈ ਗੁਰਦੁਆਰਿਆਂ ਦਾ ਅਧਿਕਾਰ ਨਹੀਂ? ਦੇਖੋ, ਮੈਂ ਜ਼ਿਆਦਾ ਲੀਗਲਿਟੀ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਇਹ ਲੀਗਲ ਇਸ਼ੂ ਨਹੀਂ ਹੈ। ਅੱਜ ਵਾਲਾ ਮੁੱਦਾ ਜਿਹੜਾ ਦੂਜਾ ਹੈ, ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਪਾਰਲੀਮੈਂਟ ਨੂੰ ਵੀ, ਸੈਂਟਰ ਸਰਕਾਰ ਨੂੰ ਵੀ ਅਧਿਕਾਰ ਨਹੀਂ ਹੈ ਤਬਦੀਲੀ ਕਰਨ ਦਾ। ਉਹ ਸਮਝੌਤੇ ਦੀ ਉਲੰਘਣਾ ਵਿੱਚ। ਮੇਰੀ ਗੱਲ ਸੁਣੋ, ਐਜੀਪੀਸੀ ਬਹੁਤ ਬਿਲਕੁਲ ਗਲਤ ਸਟੈਂਡ ਲੈ ਰਹੀ ਹੈ। ਜੋ ਐਜੀਪੀਸੀ ਕਹਿ ਰਿਹਾ ਜੀ ਪੰਜਾਬ ਸਰਕਾਰ ਨੂੰ ਨਹੀਂ ਜੀ, ਸੈਂਟਰ ਸਰਕਾਰ ਦਾ ਅਧਿਕਾਰ ਹੈ। ਐਜੀਪੀਸੀ ਨੂੰ ਇਹ ਕਹਿਣਾ ਚਾਹੀਦਾ ਸਾਨੂੰ ਬਿਨਾਂ ਪੁੱਛੇ ਕਿਸ ਦਾ ਅਧਿਕਾਰ ਨਹੀਂ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਉਹ ਸਮਝੌਤੇ ਦੇ ਮੁਤਾਬਕ ਸੈਂਟਰ ਸਰਕਾਰ ਦਾ ਵੀ ਅਧਿਕਾਰ ਨਹੀਂ। ਉਹ ਬਿਲਕੁਲ ਸਟੈਂਡ ਗਲਤ ਲੈ ਰਿਹਾ। ਤਾਂ ਇਸ ਕਰਕੇ ਮੈਂ ਇਹ ਲੀਗਲ ਇਸ਼ੂ ਦੇ ਵਿੱਚ ਇਸ ਟਾਈਮ ਜਾਣਾ ਹੀ ਨਹੀਂ ਚਾਹੁੰਦਾ। ਇਹ ਲੀਗਲਿਟੀ ਵਾਲੀਆਂ ਗੱਲਾਂ ਪੁੱਛਣਾ ਚਾਹੁੰਦਾ ਸੀ ਕਿਉਂਕਿ ਹਰਿਆਣੇ ਦਾ ਬਾਰ-ਬਾਰ ਜ਼ਿਕਰ ਆ ਰਿਹਾ ਕਿ ਜੇ ਹਰਿਆਣੇ ਦੀ ਸਰਕਾਰ ਨੇ ਕਰਤਾ ਤਾਂ ਪੰਜਾਬ ਦੀ ਸਰਕਾਰ ਵੀ ਕਰ ਸਕਦੀ ਹੈ। ਤੁਸੀਂ ਜਿਹੜਾ ਜ਼ਿਕਰ ਕਰ ਰਹੇ ਹੋ ਕਿ ਜੇ ਹੁਣ ਜਿਹੜਾ ਪੰਜਾਬ ਸਰਕਾਰ ਨੇ ਪਿਰਤ ਪਾਈ ਹੈ ਗਲਤ ਪਿਰਤ ਹੈ, ਜੇ ਤੁਸੀਂ ਕਹਿ ਰਹੇ ਹੋ ਕਿ ਜੇ ਕਾਨੂੰਨ ਦੇ ਮੁਤਾਬਕ ਕੀਤੀ ਗਈ ਹੈ ਤਾਂ ਫਿਰ ਉਹ ਗਲਤ ਕਿਵੇਂ ਹੋਈ ਹੈ? ਜੇ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਗਿਆ ਤਾਂ ਉਹ ਕਿਵੇਂ ਕੀਤੀ ਗਈ? ਇਹ ਦੋ ਚੀਜ਼ਾਂ ਹੁੰਦੀਆਂ ਜੀ। ਇੱਕ ਤਾਂ ਹੁੰਦੀ ਆ ਕਾਨੂੰਨ ਦੇ ਵਿੱਚ ਪਾਵਰ ਦੇਣਾ, ਦੂਜਾ ਹੁੰਦੀ ਆ ਪਾਵਰ ਦਾ ਇਸਤੇਮਾਲ ਕਰਨਾ। ਕਾਨੂੰਨ ਦੇ ਵਿੱਚ ਜਿਹੜੀ ਪਾਵਰ ਆ, ਉਹ ਪਾਵਰ ਜੇਕਰ ਹੁਣ ਤੁਸੀਂ ਲੀਗਲ ਪੁੱਛ ਹੀ ਰਹੇ ਹੋ, ਉਹ ਪਾਵਰ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ, ਜਿਵੇਂ ਹਰਿਆਣਾ ਸਰਕਾਰ ਨੂੰ ਆਪਣੀ ਬਾਡੀ ਬਣਾਉਂਦੀ ਹੈ। ਇਸ ਟਾਈਮ ਜਿਹੜੀ 3 ਸੂਬਿਆਂ ਦੀ ਜੋ ਐਚਈਪੀਸੀ ਆ, ਉਹ 'ਚ ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਪੰਜਾਬ, ਉਹ ਐਚਈਪੀਸੀ ਦੇ ਵਿੱਚ 3 ਸੂਬਿਆਂ ਦੇ ਐਚਈਪੀਸੀ ਦੇ ਵਿੱਚ ਤਬਦੀਲੀ ਕਰਨ ਦੀ ਨਹੀਂ ਪਾਵਰ ਅਸੈਂਬਲੀ ਨੂੰ। ਅਸੈਂਬਲੀ ਨੂੰ ਪਾਵਰ ਆ ਆਪਣੀ ਸਟੇਟ ਦੀ ਗੁਰਦੁਆਰਾ ਕਮੇਟੀ ਬਣਾ ਸਕਦੀ ਹੈ, ਉਹ ਪਾਵਰ ਆ। ਚਲੋ ਇਹਦੇ ਵਿੱਚ ਲੀਗਲ ਵਿਊ ਕੁਝ ਵਕੀਲਾਂ ਦਾ ਇੱਧਰ ਆ, ਕੁਛ ਦਾ ਇੱਧਰ ਆ, ਮੈਂ ਉਹਦੇ ਜਾਣਾ ਹੀ ਨਹੀਂ ਚਾਹੁੰਦਾ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਅਸਲੀ ਜੋ ਸਾਨੂੰ ਫਿਕਰ ਆ, ਉਹ ਇਸ ਗੱਲ ਦਾ ਫਿਕਰ ਆ ਕਿ ਅੱਜ ਜੇਕਰ ਅਸੀਂ ਇਹ ਬਿਨਾਂ ਬਲਕਿ ਖੁਦ ਮਿਹਾਰੇ ਹੀ ਜੋ ਅਸੈਂਬਲੀ ਨੇ ਪਾਸ ਕੀਤਾ, ਉਸੇ ਦਿਨ ਬਲਕਿ 20 ਤਰੀਕ ਨੂੰ 11 ਵਜੇ ਇਹ ਪਤਾ ਚੱਲਿਆ ਕਿ ਜੀ ਹੋ ਕੀ ਰਿਹਾ। 20 ਤਰੀਕ ਨੂੰ 10 ਵਜੇ ਤੱਕ ਇਹ ਨਹੀਂ ਸੀ ਪਤਾ ਕਿ ਨਵਾਂ ਐਕਟ ਆ ਰਿਹਾ। ਤੁਹਾਡੇ ਚੈਨਲ ਹੀ ਦਿਖਾਈ ਜਾਂਦੇ ਸੀ, ਕੋਈ ਕਹਿੰਦਾ ਸੀ ਨਵਾਂ ਐਕਟ ਆ ਰਿਹਾ, ਕੋਈ ਕਹਿ ਰਿਹਾ ਸੀ ਕਿ ਇਹ ਤਾਂ ਸਿਰਫ ਅਮੈਂਡਮੈਂਟ ਹੀ ਹੋ ਰਹੀ ਆ। ਮੈਨੂੰ ਜਦੋਂ ਕਈ ਚੈਨਲਾਂ ਨੇ 19 ਤਰੀਕ ਨੂੰ ਸ਼ਾਮ ਨੂੰ ਪੁੱਛਿਆ ਕਿ ਜੀ ਇਹ ਤਾਂ ਜੀ ਨਵਾਂ ਐਕਟ ਆ ਰਿਹਾ, ਮੈਂ ਕਿਹਾ ਆ ਹੀ ਨਹੀਂ ਸਕਦਾ। ਨਵਾਂ ਐਕਟ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ। ਕਈ ਮਹੀਨੇ ਲੱਗ ਜਾਂਦੇ ਨਵਾਂ ਐਕਟ ਬਣਾਉਣੇ। ਡਰਾਫਟਿੰਗ ਬਹੁਤ ਮੁਸ਼ਕਿਲ ਹੁੰਦੀ ਆ। ਇਹ ਕੋਈ ਚਿੱਠੀ ਨਹੀਂ ਡਰਾਫਟਨ ਦੀ। ਐਕਟ ਡਰਾਫਟ ਕਰਨਾ ਬਹੁਤ ਮੁਸ਼ਕਿਲ ਹੁੰਦਾ। ਹਾਂ, ਤਾਂ ਮੈਂ ਕਿਹਾ ਹੋ ਹੀ ਨਹੀਂ ਸਕਦਾ। ਇਹ ਤੁਸੀਂ ਦੇਖਣਾ ਸਿਰਫ ਅਮੈਂਡਮੈਂਟ ਆਊਗੀ। ਉਹੀ ਗੱਲ ਹੋਈ, ਅਮੈਂਡਮੈਂਟ ਹੀ ਆਈ, ਪਰ ਉਹ ਪਤਾ 11 ਵਜੇ ਚੱਲਿਆ, 12 ਵਜੇ ਜਾ ਕੇ ਅਮੈਂਡਮੈਂਟ ਪਾਸ ਵੀ ਹੋ ਗਈ। ਬਲਕਿ ਕਿਸੇ ਨੂੰ ਪਤਾ ਹੀ ਨਹੀਂ ਤੇ ਵੀ ਹੋ ਕੀ ਰਿਹਾ ਕੀ ਨਹੀਂ ਹੋ ਰਿਹਾ। ਇਹ ਜਿਹੜਾ ਤਰੀਕਾ ਨਾ, ਇਹ ਤਰੀਕੇ ਨੇ ਸਾਨੂੰ ਮਜਬੂਰ ਕਰਤਾ ਕਿ ਇਹਦੇ ਉਲਟ ਜਾਈਏ, ਇਹਨੂੰ ਖਿਲਾਫ ਕਰੀਏ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਿਉਂਕਿ ਅੱਜ ਜੇਕਰ ਅਸੀਂ ਇਹ ਤਰੀਕੇ ਨੂੰ ਮੰਨ ਲਿਆ, ਕੱਲ੍ਹ ਨੂੰ ਕੋਈ ਵੀ ਸਰਕਾਰ, ਮਤਲਬ ਚਾਹੇ ਪੰਜਾਬ ਸਰਕਾਰ ਚਾਹੇ ਸੈਂਟਰ ਦੀ ਸਰਕਾਰ, ਕੋਈ ਵੀ ਸਰਕਾਰ ਇਹ 'ਚ ਕੋਈ ਵੀ ਤਬਦੀਲੀ ਕਰਨ ਲੱਗੇ, ਸਿੱਖਾਂ ਨੂੰ ਤੇ ਐਚਈਪੀਸੀ ਨੂੰ ਪੁੱਛੇਗੀ ਨਹੀਂ। ਮੈਂ ਤੁਹਾਨੂੰ ਇਹ ਦੱਸਦੇ ਹਾਂ ਕਿ ਜਿਵੇਂ ਹਿੰਦੂ ਧਾਰਮਿਕ ਸਥਾਨ ਨੇ, ਉਹਨਾਂ ਦੇ ਜਿਹੜੇ ਪ੍ਰਬੰਧਕਾਂ ਦੀ ਸਰਕਾਰਾਂ ਵੱਲੋਂ ਨਿਯੁਕਤੀ ਹੁੰਦੀ ਹੈ, ਵਕਫ ਬੋਰਡ ਦੇ ਵਿੱਚ ਹੁੰਦੀ ਹੈ, ਤੁਹਾਨੂੰ ਲੱਗਦਾ ਹੈ ਕਿ ਫਿਰ ਐਸਜੀਪੀਸੀ ਦੇ ਵਿੱਚ ਵੀ ਸਰਕਾਰ ਦਾ ਸਿੱਧਾ ਦਖਲ ਹੋ ਜਾਏਗਾ ਭਵਿੱਖ ਦੇ ਵਿੱਚ ਕਿ ਉਹ ਆਪਣੇ ਨੁਮਾਇੰਦੇ ਜਿਨ੍ਹਾਂ ਨੂੰ ਵੀ ਲਾਉਣਾ ਚਾਹੁੰਦੀ ਹੈ ਲਗਾ ਸਕਦੀ ਹੈ? ਦੇਖੋ, ਕੱਲ੍ਹ ਨੂੰ ਇਹ ਸਰਕਾਰ, ਕੋਈ ਵੀ ਸੈਂਟਰ ਸਰਕਾਰ ਕੱਲ੍ਹ ਨੂੰ ਕਹੇ ਜੀ ਕਿ ਜੀ ਐਸਜੀਪੀਸੀ ਦੇ ਵਿੱਚ ਉਹ ਅਸੀਂ
ਆਪਣੇ ਵੈਸ਼ਨੋ ਦੇਵੀ ਦਾ ਟਰਸਟ ਅਸੀਂ ਬਣਾਉਂਦੇ ਹਾਂ, ਤਿਰੂਪਤੀ ਦਾ ਅਸੀਂ ਬਣਾਉਂਦੇ ਹਾਂ, ਹੋਰ ਜਿਹੜੀਆਂ ਹਿੰਦੂਆਂ ਦੀਆਂ ਗੁਰਧਾਮਾਂ ਦਾ ਟਰਸਟ ਅਸੀਂ ਬਣਾਉਂਦੇ ਹਾਂ, ਮੁਸਲਮਾਨਾਂ ਦਾ ਵਕਫ ਬੋਰਡ ਅਸੀਂ ਬਣਾਉਂਦੇ ਹਾਂ, ਤੇ ਸਿੱਖਾਂ ਦਾ ਹਜੂਰ ਸਾਹਿਬ ਵਾਲਾ ਸਰਕਾਰ ਦੀ ਕਾਫੀ ਦਖਲ ਆ ਉਹਦੇ 'ਚ ਵੀ ਉਹ ਕਰਦੇ ਆ। ਤੇ ਅਸੀਂ ਇੱਥੇ ਜੀ ਇਹ ਦਰਬਾਰ ਸਾਹਿਬ ਦਾ ਤੇ ਇੱਥੇ ਪੰਜਾਬ ਦਾ ਕਿਉਂ ਨਹੀਂ ਬਣਾ ਸਕਦੇ? ਕੱਲ੍ਹ ਨੂੰ ਕੋਈ ਸਰਕਾਰ, ਜੇਕਰ ਅਸੀਂ ਇਹ ਪਰੰਪਰਾ ਨੂੰ ਮੰਨ ਲਿਆ, ਇਹ ਪਿਰਤ ਨੂੰ ਮੰਨ ਲਿਆ ਕਿ ਜੀ ਸਰਕਾਰ ਬਿਨਾਂ ਐਸਜੀਪੀਸੀ ਤੋਂ ਪੁੱਛੇ ਇਹਦੇ 'ਚ ਕੋਈ ਵੀ ਅਮੈਂਡਮੈਂਟ ਕਰ ਸਕਦੀ ਆ, ਕੱਲ੍ਹ ਨੂੰ ਸਪੋਜ਼ ਕਰੋ ਸੈਂਟਰ ਸਰਕਾਰ ਬੈਠ ਕੇ ਕਹੇ ਅਸੀਂ ਤਾਂ ਅਮੈਂਡਮੈਂਟ ਕਰਨ ਲੱਗੇ ਹਾਂ ਜੀ, ਇੱਥੇ ਤਾਂ 50 ਮੈਂਬਰ ਦਾ ਬੋਰਡ ਬਣਾਉਂਦੇ ਆ, ਉਹ 50 ਸਿੱਖ ਹੋਣਗੇ, 50 ਸਿੱਖ ਆਪਣੀ ਮਰਜ਼ੀ ਦੇ ਕਰ ਦੇਣਗੇ, ਉਹ ਅਮੈਂਡਮੈਂਟ ਨੂੰ ਕਿਵੇਂ ਰੋਕੋਗੇ ਤੁਸੀਂ? ਮੈਨੂੰ ਇਹ ਦੱਸ ਦਿਓ। ਫੁਲਕਾ ਸਾਹਿਬ, ਜੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਿੱਖਾਂ ਦੇ ਖਿਲਾਫ ਜਾਏਗਾ, ਤਾਂ ਇੱਕ ਗੱਲ ਇਹ ਸਵਾਲ ਉੱਠ ਰਿਹਾ ਇਸ ਸਮੇਂ ਕਿ ਜੇ ਇੰਨੇ ਵੱਡੇ ਪੱਧਰ ਤੇ ਸਿੱਖਾਂ ਨਾਲ ਇਹ ਭਵਿੱਖ ਦੇ ਵਿੱਚ ਇਸ ਤਰੀਕੇ ਦੀ ਸਥਿਤੀ ਪੈਦਾ ਹੋ ਜਾਏਗੀ, ਤਾਂ ਸਿੱਖਾਂ ਨੂੰ ਇਹਦੇ ਖਿਲਾਫ ਖੜਾ ਹੋ ਜਾਣਾ ਚਾਹੀਦਾ ਸੀ, ਪਰ ਕੋਈ ਖੜਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜਾਂ ਤੁਹਾਨੂੰ ਲੱਗਦਾ ਹੈ ਕਿ ਸਹੀ ਤਰੀਕੇ ਨਾਲ ਹਲੇ ਸਿੱਖਾਂ ਦੇ ਵਿੱਚ ਇਹ ਗੱਲ ਗਈ ਨਹੀਂ, ਜਾਂ ਉਹਨਾਂ ਨੂੰ ਪਤਾ ਨਹੀਂ ਕਿ ਇਹਦਾ ਪ੍ਰਭਾਵ ਕੀ ਹੋਏਗਾ ਭਵਿੱਖ 'ਚ? ਦੇਖੋ, ਗੱਲ ਇਹ ਹੈ ਇਸ ਟਾਈਮ 90% ਸਿੱਖ ਬਾਦਲਾਂ ਦੇ ਖਿਲਾਫ ਆ, ਤੇ ਉਹ ਇਸ ਟਾਈਮ 99% ਸਿੱਖ ਇਹ ਗੁਰਬਾਣੀ ਦੇ ਉੱਤੇ ਕਿਸੇ ਇੱਕ ਚੈਨਲ ਦਾ ਕਾਪੀਰਾਈਟ ਮਲਕੀਅਤ ਦੇ ਖਿਲਾਫ ਆ, ਤੇ ਉਹਨਾਂ ਦਾ ਧਿਆਨ ਉਸ ਪਾਸੇ ਨੂੰ ਆ। ਉਹਨਾਂ ਦਾ ਧਿਆਨ ਇਹ ਜਿਹੜਾ ਡੇਂਜਰਸ ਪ੍ਰੈਸੀਡੈਂਟ, ਇਹ ਨਵੀਂ ਪਿਰਤ ਜਿਹੜੀ ਪੈ ਰਹੀ ਆ ਨਾ, ਉਹਦੇ ਖਤਰੇ ਵਾਲੇ ਪਾਸੇ ਨੂੰ ਧਿਆਨ ਨਹੀਂ। ਮੈਂ ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਆ, ਤੁਹਾਡੇ ਕੋਲੇ ਵੀ ਆਇਆ, ਇਸੇ ਕਰਕੇ ਆਇਆ ਇਹ ਦਿਖਾਉਣ ਵਾਸਤੇ, ਬਲਕਿ ਇਹ ਸਿੱਖਾਂ ਨੂੰ ਇਹ ਗੱਲ ਦੱਸਣ ਵਾਸਤੇ ਤੇ ਸਮਝਾਉਣ ਵਾਸਤੇ ਕਿ ਜੇਕਰ ਅਸੀਂ ਅੱਜ ਇਹ ਗੱਲ ਮੰਨ ਲਈ, ਚਾਹੇ ਅੱਜ ਜਿਸ ਵਜ੍ਹਾ ਕਰਕੇ ਅਸੀਂ ਮੰਨ ਰਹੇ ਹਾਂ ਉਹ ਵਜ੍ਹਾ ਬਿਲਕੁਲ ਠੀਕ ਆ, ਪਰ ਜੇ ਅਸੀਂ ਇੱਕ ਵਾਰੀ ਇਹ ਪਿਰਤ ਪਾ ਲਈ ਤਾਂ ਕੱਲ੍ਹ ਨੂੰ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਕਿਸੇ ਸਰਕਾਰ ਨੇ ਤੁਹਾਨੂੰ ਨਹੀਂ ਪੁੱਛਣਾ ਇਹਦੇ 'ਚ ਅਮੈਂਡਮੈਂਟ ਕਰਨ ਲੱਗੇ। ਇਸ ਗੱਲ ਲਈ ਤਿਆਰ ਰਹੋ। ਇਹ ਮਸਲਾ ਸਿਰਫ ਗੁਰਬਾਣੀ ਪ੍ਰਸਾਰਣ ਦੇ ਨਾਲ ਜੁੜਿਆ ਹੈ ਜਾਂ ਇਸ ਦੇ ਪਿੱਛੇ ਕੋਈ ਪੋਲੀਟੀਕਲ ਮਨਸ਼ਾ ਵੀ ਹੈ? ਦੇਖੋ, ਬੜੀ ਦੇਰ ਤੋਂ ਜੀ ਇਹ ਸਰਕਾਰੀ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਕਿ ਇਹ ਜਿਹੜਾ ਸਮਝੌਤਾ ਨਾ, ਇਹ ਸਿੱਖਾਂ ਦਾ ਤੇ ਭਾਰਤ ਸਰਕਾਰ ਦਾ, ਇਹ ਸਮਝੌਤੇ ਨੂੰ ਖਤਮ ਕੀਤਾ ਜਾਏ, ਸਰਕਾਰ ਆਪਣੇ ਆਪ ਅਮੈਂਡਮੈਂਟ ਕਰੇ। ਹੁਣ ਪਿੱਛੋਂ ਕੀ ਪਲੇ ਕੀਤਾ, ਕੀ ਨਹੀਂ ਕੀਤਾ, ਮੈਨੂੰ ਨਹੀਂ ਇਸ ਗੱਲ ਦਾ ਪਤਾ, ਪਰ ਇਹ ਕੋਸ਼ਿਸ਼ ਬਹੁਤ ਦੇਰ ਤੋਂ ਹੋ ਰਹੀ ਹੈ ਇਹ ਵਾਲੀ। ਤੇ ਪਰ ਜੇ ਹੁਣ ਅਸੀਂ ਅੱਜ ਮੰਨ ਲਿਆ, ਫਿਰ ਤਾਂ ਇਹ ਤੁਹਾਡਾ ਕੋਈ ਰੋਲ ਨਹੀਂ ਰਹਿੰਦਾ, ਫਿਰ ਤਾਂ ਜਿਹੜੀ ਸਰਕਾਰ ਆ ਗਈ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਦੀ ਰਹੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਹਿਰੂ ਤੇ ਮਾਸਟਰ ਤਾਰਾ ਸਿੰਘ ਜਿਹੜਾ ਪੈਕਟ ਹੈ, ਉਹ ਸਿੱਖਾਂ ਤੇ ਭਾਰਤ ਦੀ ਸਰਕਾਰ ਦੇ ਵਿਚਾਲੇ ਇੱਕ ਮਿਊਚੁਅਲੀ ਅੰਡਰਸਟੈਂਡਿੰਗ ਦੇ ਤੌਰ ਦੇ ਉੱਤੇ ਜਿਹੜਾ ਲਿਆ ਗਿਆ ਪੈਕਟ ਹੈ, ਉਹ ਰਾਜੀਵ ਲੌਂਗੋਵਾਲ ਸਮਝੌਤੇ ਦਾ ਵੀ ਜ਼ਿਕਰ ਹੁੰਦਾ, ਉਹਦੀਆਂ ਬਹੁਤ ਸਾਰੀਆਂ ਮਦਾਂ ਨੇ, ਗੱਲਾਂ ਨੇ ਜੋ ਅੱਜ ਤੱਕ ਲਾਗੂ ਨਹੀਂ ਹੋਈਆਂ, ਤਾਂ ਫਿਰ ਇਸ ਪੈਕਟ ਦੀ ਤੇ ਉਸ ਦੇ ਵਿੱਚ ਇਨਕਾਰ ਕਰਨ ਨੂੰ, ਇਹ ਦੋਨਾਂ ਨੂੰ ਕਿਵੇਂ ਕੰਪੈਰੀਜ਼ਨ ਕੀਤਾ ਜਾ ਸਕਦਾ? ਕੇਂਦਰ ਦੀ ਸਰਕਾਰ ਤਾਂ ਫਿਰ ਕਿਸੇ ਵੀ ਚੀਜ਼ ਤੋਂ ਇਨਕਾਰ ਕਰ ਸਕਦੀ ਹੈ। ਉਹੀ ਤਾਂ ਗੱਲ ਹੈ। ਜੇ ਅੱਜ ਅਸੀਂ ਮੰਨ ਲਿਆ ਰਾਜੀਵ ਲੌਂਗੋਵਾਲ ਅਕੋਰਡ ਦੀ ਜਦੋਂ ਸਰਕਾਰ ਨੇ ਉਲੰਘਣਾ ਕੀਤੀ ਸੀ, ਉਦੋਂ ਉਹਨਾਂ ਨੇ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨਾ ਸੀ 1986 ਵਿੱਚ, ਜਦੋਂ ਉਹਨਾਂ ਨੇ ਨਹੀਂ ਕੀਤਾ, ਉਸ ਦਿਨ ਸੁਰਜੀਤ ਸਿੰਘ ਬਰਨਾਲਾ ਨੇ ਉਹ ਗੱਲ ਮੰਨ ਲਈ ਜੀ। ਜੇ ਸੁਰਜੀਤ ਸਿੰਘ ਬਰਨਾਲਾ ਉਸ ਦਿਨ ਅਸਤੀਫਾ ਦੇ ਦਿੰਦੇ ਕਿ ਸਰਕਾਰ ਇਹ ਪੈਕਟ ਦੀ, ਇਹਦੀ ਰਾਜੀਵ ਲੌਂਗੋਵਾਲ ਅਕੋਰਡ ਦੀ ਉਲੰਘਣਾ ਕਰ ਰਹੀ ਆ, ਤਾਂ ਸਾਨੂੰ ਅੱਜ ਇਹ ਦਿਨ ਨਾ ਦੇਖਣਾ ਪੈਂਦਾ, ਇਹ ਦਿਨ ਨਾ ਦੇਖਣਾ ਪੈਂਦਾ। ਸਰਕਾਰ ਨੂੰ ਮਜਬੂਰ ਹੋ ਕੇ ਚੰਡੀਗੜ੍ਹ ਵੀ ਪੰਜਾਬ ਨੂੰ ਦੇਣਾ ਪੈਂਦਾ, ਪਾਣੀਆਂ ਦਾ ਵੀ ਸਾਰਾ ਮਸਲਾ ਸੌਰਟ ਆਊਟ ਕਰਨਾ ਪੈਂਦਾ। ਅੱਜ ਜੋ ਅਸੀਂ ਇਹਦੇ ਤੇ ਖੜੇ ਹਾਂ, ਉਹ 1986 ਵਿੱਚ ਜੇਕਰ ਇਹ ਸਿੱਖ ਨਹੀਂ ਜਾਗੇ, ਉਦੋਂ ਸਿੱਖਾਂ ਨੇ ਰੌਲਾ ਨਹੀਂ ਪਾਇਆ, ਉਦੋਂ ਸੁਰਜੀਤ ਸਿੰਘ ਬਰਨਾਲਾ ਨੇ ਮੁੱਖ ਮੰਤਰੀਸ਼ਿਪ ਦੇ ਲਾਲਚ ਵਿੱਚ ਆ ਕੇ ਇਹ ਆਪਣਾ ਅਸਤੀਫਾ ਦੇ ਕੇ ਸਰਕਾਰ ਦੇ ਖਿਲਾਫ ਨਹੀਂ ਖੜੇ ਹੋਏ, ਤਾਂ ਸਾਨੂੰ ਅੱਜ ਇਹ ਦਿਨ ਦੇਖਣਾ ਪੈ ਰਿਹਾ। ਇਸੇ ਤਰ੍ਹਾਂ ਭਵਿੱਖ ਵਿੱਚ ਤੁਸੀਂ ਤਿਆਰ ਹੋ ਜਾਓ। ਜੇ ਅਸੀਂ ਅੱਜ ਤੁਸੀਂ ਨਾ ਖੜੇ ਹੋਏ ਨਾ, ਤੇ ਉਦੋਂ ਵੀ ਉਸ ਦਿਨ ਵੀ ਫਿਰ ਵੀ ਅੱਗੇ ਤੋਂ ਦੇਖਿਓ ਤੁਹਾਡੇ ਤੇ ਕੀ ਅਮੈਂਡਮੈਂਟਾਂ ਹੁੰਦੀਆਂ, ਤੁਹਾਨੂੰ ਕਿਸੇ ਨੇ ਪੁੱਛਣ ਤੱਕ ਵੀ ਨਹੀਂ। ਜਿਸ ਤਰੀਕੇ ਐਸਜੀਪੀਸੀ ਰਾਜਪਾਲ ਦੇ ਕੋਲ ਗਈ ਹੈ, ਤਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਸੁਣਵਾਈ ਹੋਣ ਦੀ ਸੰਭਾਵਨਾ ਹੈ? 2 ਬਿੱਲ ਸੀਗੇ ਜਿਹੜੇ 2 ਜਾਂ 3 ਬਿੱਲ ਬੜੇ ਕੰਟਰੋਵਰਸ਼ੀਅਲ ਸੀਗੇ, ਇੱਕ ਰਾਜਪਾਲ ਨੂੰ ਚਾਂਸਲਰ ਦੇ ਤੌਰ ਤੇ ਵੀ ਹਟਾ ਦਿੱਤਾ ਗਿਆ ਹੈ। ਐਸਜੀਪੀਸੀ ਰਾਜਪਾਲ ਕੋਲ ਗਈ ਹੈ, ਰਾਜਪਾਲ ਦੇ ਕੋਲ ਤੁਹਾਨੂੰ ਲੱਗਦਾ ਹੈ ਕਿ ਕੀ ਅਧਿਕਾਰ ਨੇ ਉਹ ਰੋਕ ਸਕਦੇ ਨੇ ਵਿਧਾਨ ਸਭਾ ਦੇ ਵਿੱਚ ਇਸ ਤਰੀਕੇ ਪਾਸ ਕੀਤੀ ਗਈ ਬਿੱਲ ਨੂੰ? ਦੇਖੋ, ਗੱਲ ਇਹ ਐਸਜੀਪੀਸੀ ਦਾ ਸਟੈਂਡ ਹੀ ਗਲਤ ਆ ਜੀ। ਐਸਜੀਪੀਸੀ ਕਹੀ ਜਾਂਦੀ ਹੈ ਜੀ ਇਹ ਸੈਂਟਰ ਸਰਕਾਰ ਕਰ ਸਕਦੀ ਹੈ, ਜੋ ਕਿ ਐਸਜੀਪੀਸੀ ਨੂੰ ਆਪਣਾ ਅਧਿਕਾਰ ਕਲੇਮ ਕਰਨਾ ਚਾਹੀਦਾ ਕਿ ਕੋਈ ਸਰਕਾਰ ਨਹੀਂ ਕਰ ਸਕਦੀ ਸਾਨੂੰ ਬਿਨਾਂ ਪੁੱਛੇ, ਪਹਿਲੀ ਗੱਲ। ਦੂਜੀ ਗੱਲ ਇਹ ਗੱਲ ਆ, ਇਹ ਜਿੰਨੀ ਦੇਰ ਰਾਜਪਾਲ ਦਾ ਪ੍ਰੈਜ਼ੀਡੈਂਟ ਦੀ ਐਂਟਰੀ ਹੁੰਦੀ ਹੈ ਨਾ, ਰਾਜਪਾਲ ਤੇ ਅਸੈਂਟ ਨਹੀਂ ਹੋ ਸਕਦਾ, ਉਨੀ ਦੇਰ ਇਹ ਐਕਟ ਬਿੱਲ ਨਹੀਂ ਬਣ ਸਕਦਾ। ਫਿਰ ਹੁਣ ਤੁਹਾਨੂੰ ਕੀ ਲੱਗਦਾ ਇਹ ਬਿੱਲ ਐਕਟ ਨਹੀਂ ਬਣ ਸਕਦਾ? ਤੇ ਹੁਣ ਇਸ ਵੇਲੇ ਤੁਹਾਨੂੰ ਕੀ ਲੱਗਦਾ ਹੈ ਕਿ ਮਤਲਬ ਕਿਸ ਤਰੀਕੇ ਇਸ ਸਥਿਤੀ ਨਾਲ ਸਿੱਖ ਨਜਿੱਠ ਸਕਦੇ ਨੇ? ਇਸ ਤਰੀਕੇ ਨਾਲ ਦੇਖੋ, ਮੈਂ ਅੱਜ ਪ੍ਰੈਸ ਕਾਨਫਰੰਸ ਕਰਕੇ ਬੇਨਤੀ ਕੀਤੀ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਇਹ ਚੀਜ਼ ਸਮਝੋ ਕਿ ਤੁਸੀਂ ਆਪਣੀ ਗੁੱਡ ਇੰਟੈਂਸ਼ਨ ਨਾਲ, ਨੀਤ ਤੁਹਾਡੀ ਚੰਗੀ ਨੀਤ ਦੇ ਨਾਲ ਜੋ ਤੁਸੀਂ ਕਰਨ ਜਾ ਰਹੇ ਹੋ, ਉਹ ਇੱਕ ਬੜੇ ਗਲਤ ਪਾਸੇ ਨੂੰ ਲੀਪ ਆ ਰਿਹਾ।
ਤਾਂ ਇਸ ਕਰਕੇ ਤੁਸੀਂ ਇਹਨੂੰ ਖੁਦ ਹੀ ਰੋਕ ਲਓ, ਰੋਕ ਕੇ ਮਹੀਨੇ ਦਾ ਟਾਈਮ ਦੇ ਦਿਓ। ਪੰਜਾਬ ਦੇ ਲੋਕਾਂ ਨੂੰ ਕਾਲ ਦਈਏ, ਤੁਸੀਂ ਵੀ ਦਿਓ, ਅਸੀਂ ਵੀ ਦਿੰਦੇ ਆ ਕਿ ਆਪਣੇ ਆਪਣੇ ਜਿੰਨੇ ਵੀ ਤੁਹਾਡੇ ਅਕਾਲੀ ਲੀਡਰ ਆ ਬਾਦਲ ਦਲ ਵਾਲੇ, ਉਹਨਾਂ ਨੂੰ ਲੋਕ ਸਾਰੇ ਵਾਰਨ ਕਰਦੇ ਨੇ ਵੀ ਜਾਂ ਤਾਂ ਤੁਸੀਂ ਭਾਈ ਇਹਦੀ ਮਲਕੀਅਤ ਛੱਡ ਦਿਓ, ਕੀਰਤਨ ਤੇ ਤੁਹਾਡੀ ਮਲਕੀਅਤ ਛੱਡ ਦਿਓ, ਜੇ ਨਹੀਂ ਛੱਡਦੇ ਤਾਂ ਅਸੀਂ ਪਿੰਡਾਂ ਦੇ ਵਿੱਚ ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਵੜਨ ਤੱਕ ਨਹੀਂ ਦੇਣਾ। ਇਹ ਤਰੀਕਾ ਵਰਤੇ। ਜੇ ਸਰਕਾਰ ਨੂੰ ਹੀ ਮੇਰੀ ਬੇਨਤੀ ਆ, ਪੰਜਾਬ ਸਰਕਾਰ ਨੂੰ, ਕਿ ਤੁਸੀਂ ਇਸ ਦੇ ਉੱਤੇ ਜ਼ੋਰ ਨਾ ਪੜੋ, ਇਹਨੂੰ ਐਕਟ ਬਣਾਉਣ ਲਈ ਇਨਸਿਸਟ ਨਾ ਕਰੋ। ਇੱਕ ਬੜੀ ਗਲਤ ਇਹ ਪਿਰਤ ਪੈ ਰਹੀ ਆ ਔਰ ਇਹਨੇ ਕੱਲ੍ਹ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਨਾ, ਨਾ ਕਿ ਇਕੱਲੀ ਸਿੱਖ ਕੌਮ ਦਾ, ਇਹਨੇ ਕੱਲ੍ਹ ਨੂੰ ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਕਰਨਾ। ਕਿਉਂਕਿ ਜੇਕਰ ਕੱਲ੍ਹ ਨੂੰ ਕਿਸੇ ਸਰਕਾਰ ਨੇ ਕੱਲ੍ਹ ਨੂੰ ਕੋਈ ਇਹੋ ਜਿਹੀ ਅਮੈਂਡਮੈਂਟ ਵਿੱਚ ਆਪਣੀ ਮਰਜ਼ੀ ਨਾਲ ਕਰਤੀ, ਸਿੱਖਾਂ ਨੇ ਫਿਰ ਉੱਠਣਾ ਤੇ ਫਿਰ ਕਿਰਪਾਨਾਂ ਘਕਾਉਣੀਆਂ। ਤੇ ਅੱਜ ਉਦੋਂ ਪਹਿਲਾਂ ਹੀ ਅੱਜ ਜਾਗੀਏ, ਅੱਜ ਜਾਗੀਏ। ਮੈਂ ਸਿੱਖਾਂ ਨੂੰ ਸਾਰਿਆਂ ਨੂੰ ਇਹੀ ਅਪੀਲ ਕੀਤੀ ਆ ਕਿ ਸਾਰੀਆਂ ਸਿੱਖ ਜਥੇਬੰਦੀਆਂ, ਸਾਰੇ ਸਿੱਖ ਅੱਜ ਆਪਣੀ ਕਲਮ ਦਾ ਇਸਤੇਮਾਲ ਕਰਨ। ਅੱਜ ਉਹ ਮੁੱਖ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ, ਗਵਰਨਰ ਨੂੰ, ਪ੍ਰੈਜ਼ੀਡੈਂਟ ਨੂੰ ਇਹ ਚਿੱਠੀਆਂ ਲਿਖਣ ਕਿ ਉਹ ਜਿਹੜਾ ਸਮਝੌਤਾ ਸਿੱਖਾਂ ਦਾ ਤੇ ਭਾਰਤ ਸਰਕਾਰ ਦਾ, ਉਹਦੀ ਉਲੰਘਣਾ ਨਾ ਕੀਤੀ ਜਾਵੇ। ਤੇ ਪੰਜਾਬ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਨੂੰ ਕਹਿੰਦੇ ਆ ਤੁਸੀਂ ਇਹਨੂੰ ਅਜੇ ਟਾਈਮ ਦੇ ਦਿਓ, ਇਹਨੂੰ ਅਜੇ ਐਕਟ ਬਣਾਉਣ ਵਾਲੇ ਪਾਸੇ ਨਾ ਜਾਓ। ਇਹ ਬਿੱਲ ਪਾਸ ਹੋਇਆ, ਐਕਟ ਨਹੀਂ ਬਣਿਆ ਅਜੇ। ਇਹਨੂੰ ਦੇਖੋ, ਕਈ ਵਾਰੀ ਇਹ ਹੁੰਦਾ ਕਿ ਬਿੱਲ ਪਾਸ ਹੋ ਜਾਂਦੇ ਆ, ਅਸੈਂਬਲੀ ਕਰ ਦਿੰਦੀ ਆ ਜਾਂ ਸਟੇਟ ਪਾਰਲੀਮੈਂਟ ਕਰ ਦਿੰਦੀ ਆ, ਤੇ ਉਹਨਾਂ ਨੂੰ ਪੈਂਡਿੰਗ ਰੱਖ ਲਿਆ ਜਾਂਦਾ, ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਬਹੁਤ ਵਾਰੀ ਹੋਇਆ, ਕੋਈ ਪਹਿਲੀ ਵਾਰੀ ਨਹੀਂ ਆ। ਉਹਨੂੰ ਰੱਖ ਲਓ, ਪੈਂਡਿੰਗ ਰੱਖੋ, ਤੇ ਇਸ ਗੱਲ ਦੇ ਉੱਤੇ ਜ਼ੋਰ ਪਾਓ। ਇਹ ਪਬਲਿਕ, ਲੋਕ ਵੀ ਜ਼ੋਰ ਪਾਉਣ, ਸਿੱਖ ਵੀ ਜ਼ੋਰ ਪਾਉਣ, ਸਾਰੇ ਜ਼ੋਰ ਪਾਉਣ। ਅਸੀਂ ਤੁਹਾਡੇ ਨਾਲ ਜ਼ੋਰ ਪਾਵਾਂਗੇ, ਪਰ ਜੇ ਤੁਸੀਂ ਇਹਨੂੰ ਇਨਸਿਸਟ ਕਰੋਗੇ ਕਿ ਅਸੀਂ ਤੈਨੂੰ ਐਕਟ ਪਾਸ ਕਰਾਉਣਾ, ਤਾਂ ਤੁਹਾਡੇ ਖਿਲਾਫ ਕਰਾਂਗੇ। ਤੇ ਤੁਹਾਨੂੰ ਲੱਗਦਾ ਹੈ ਕਿ ਇਸ ਐਕਟ ਦੇ ਸੋਧ ਬਿੱਲ ਦੇ ਲਿਆਉਣ ਤੋਂ ਬਾਅਦ ਇੱਕ ਗੱਲ ਇਹ ਜ਼ਿਕਰ ਹੋ ਰਿਹਾ ਕਿ ਮੁੱਖ ਮੰਤਰੀ ਮਾਨ ਨੇ ਸਿੱਧੇ ਤੌਰ ਤੇ ਸਿੱਖਾਂ ਦੇ ਨਾਲ ਆੜਾ ਲੈ ਲਿਆ ਹੈ, ਮਤਲਬ ਸਿੱਧੇ ਤੌਰ ਤੇ ਉਹਨਾਂ ਦੀ ਦਖਲਅੰਦਾਜ਼ੀ ਕਰ ਦਿੱਤੀ ਹੈ ਉਹਨਾਂ ਦੇ ਮਸਲਿਆਂ ਦੇ ਵਿੱਚ, ਤੇ ਉਹਨਾਂ ਦੇ ਖਿਲਾਫ ਹੋ ਜਾਣਗੇ। ਦੇਖੋ, ਉਹਨਾਂ ਦੀ ਇੰਟੈਂਸ਼ਨ ਤਾਂ ਬਾਦਲਾਂ ਦੇ ਨਾਲ ਸੀ, ਸਰਕਾਰ ਬਨਾਮ ਬਾਦਲ ਸੀ, ਪਰ ਉਹ ਤਰੀਕਾ ਇਹੋ ਜਿਹਾ ਗਲਤ ਅਡਾਪਟ ਕਰ ਗਏ ਆ ਕਿ ਉਹ ਸਰਕਾਰ ਬਨਾਮ ਬਾਦਲ ਹੋਣ ਦੀ ਬਜਾਏ ਸਰਕਾਰ ਬਨਾਮ ਸਿੱਖ ਬਣ ਗਿਆ ਔਰ ਬਾਦਲਾਂ ਨੂੰ ਫਾਇਦਾ ਹੋ ਗਿਆ। ਦੇਖੋ, ਬਾਦਲਾਂ ਦੇ ਵਾਸਤੇ ਤਾਂ ਇੱਕ ਤਰ੍ਹਾਂ ਦੀ ਆਕਸੀਜਨ ਆ ਇਹ ਚੀਜ਼ ਹੁਣ ਬਣੀ ਆ। ਮੁੱਖ ਮੰਤਰੀ ਨੂੰ ਸਹੀ ਸਲਾਹ ਨਹੀਂ ਦਿੱਤੀ ਗਈ ਕਾਨੂੰਨੀ ਤੌਰ ਤੇ। ਇਹ ਇਕੱਲੀ ਕਾਨੂੰਨੀ ਗੱਲ ਨਹੀਂ ਹੈ, ਕਾਨੂੰਨੀ ਤੌਰ ਤੇ ਵੀ ਸਹੀ ਨਹੀਂ ਦਿੱਤੀ ਗਈ, ਤੇ ਉਹਨਾਂ ਨੂੰ ਵੈਸੇ ਵੀ ਸਹੀ ਸਲਾਹ ਨਹੀਂ ਦਿੱਤੀ ਗਈ। ਦੇਖੋ, ਸਿੱਖਾਂ ਇਹ ਬਹੁਤ ਸੈਂਸਿਟਿਵ, ਪੰਜਾਬ ਬਹੁਤ ਸੈਂਸਿਟਿਵ ਸਟੇਟ ਆ। ਸਿੱਖ ਬਹੁਤ ਹੀ ਸੈਂਸਿਟਿਵ ਨੇ ਆਪਣੇ ਧਰਮ ਦੇ ਮਾਮਲੇ 'ਚ। ਉਹਨਾਂ ਨੂੰ ਕੋਈ ਨਾਲ ਚੰਗਾ ਸਿੱਖ ਆਪਣਾ ਧਾਰਮਿਕ ਐਡਵਾਈਜ਼ਰ ਵੀ ਨਾ ਰੱਖਣਾ ਚਾਹੀਦਾ। ਜਿਹੜੀ ਚੀਜ਼ ਉਹ ਵੀ ਨਾ ਰੱਖਣਾ ਚਾਹੀਦਾ। ਉਹ ਵੀ ਸਲਾਹ ਉਹਨਾਂ ਨੂੰ ਸਹੀ ਨਹੀਂ ਦਿੱਤੀ ਗਈ। ਤੁਸੀਂ ਏਜੰਸੀਆਂ ਦਾ ਵੀ ਜ਼ਿਕਰ ਕੀਤਾ, ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਤੁਹਾਡਾ ਪ੍ਰੈਸ ਰਿਲੀਜ਼ ਵੀ ਆਇਆ। ਏਜੰਸੀਆਂ ਦੀ ਕੀ ਭੂਮਿਕਾ ਤੁਹਾਨੂੰ ਕਿਉਂ ਲੱਗਦਾ ਹੈ ਕਿ ਏਜੰਸੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ? ਤੇ ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ ਮੁੱਖ ਮੰਤਰੀ ਦੀ ਇੰਟੈਂਸ਼ਨ ਸਹੀ ਹੈ, ਪਰ ਜੋ ਤਰੀਕਾ ਉਹਨਾਂ ਨੇ ਅਪਣਾਇਆ ਹੈ ਉਹ ਗਲਤ ਹੈ, ਤੇ ਉਹ ਕੀ ਫਿਰ ਜਿਹੜਾ ਤੁਸੀਂ ਏਜੰਸੀਆਂ ਦਾ ਜ਼ਿਕਰ ਕਰ ਰਹੇ ਹੋ ਉਹਨਾਂ ਦੇ ਹੱਕ 'ਚ ਭੁਗਤੇਗਾ? ਦੇਖੋ, ਬਿਲਕੁਲ ਏਜੰਸੀਆਂ ਤਾਂ ਬੜੀਆਂ ਖੁਸ਼ ਹੋਣਗੀਆਂ। ਕੱਲ੍ਹ ਨੂੰ ਉਹ ਸੈਂਟਰ ਸਰਕਾਰ ਤੋਂ ਕਹਿ ਕੇ ਅਮੈਂਡਮੈਂਟ ਕਰਵਾ ਲੈਣਗੀਆਂ ਕਦੇ ਵੀ। ਕੱਲ੍ਹ ਨੂੰ ਅਮੈਂਡਮੈਂਟ ਉਹ ਕੀ ਚਾਹੁੰਦੇ ਆ? ਏਜੰਸੀਆਂ ਚਾਹੁੰਦੀਆਂ ਕਿ ਜੀ ਇਹ ਲਿਖ ਦਿਓ ਜੀ, ਇਹ ਐਕਟ 'ਚ ਹੋ ਜੇ ਕਿ ਜੇਕਰ ਸਰਕਾਰ ਨੂੰ ਕਦੇ ਵੀ ਲੱਗੇ ਕਿ ਦਰਬਾਰ ਸਾਹਿਬ ਦੇ ਵਿੱਚ ਜਾਂ ਅਕਾਲ ਤਖਤ ਦੇ ਵਿੱਚ ਕੋਈ ਇਲੀਗਲ ਕੰਮ ਹੋ ਰਿਹਾ, ਤਾਂ ਉਹ ਐਸਜੀਪੀਸੀ ਨੂੰ ਰਿਜ਼ੋਲਵ ਕਰਕੇ ਉੱਥੇ ਆਪਣੇ 11 ਸਿੱਖਾਂ ਦਾ ਜਾਂ 20-21 ਸਿੱਖਾਂ ਦਾ ਬੋਰਡ ਬਣਾ ਦੇ, ਆਪਣੇ ਆਪ ਨੋਮੀਨੇਟ ਕਰਦੇ। ਏਜੰਸੀਆਂ ਤਾਂ ਇਹ ਚਾਹੁੰਦੀਆਂ। ਜੇਕਰ ਅੱਜ ਬਿਨਾਂ ਪੁੱਛੇ ਸਿੱਖਾਂ ਤੋਂ ਇਹ ਅਮੈਂਡਮੈਂਟ ਹੋ ਗਈ, ਅੱਜ ਤੁਸੀਂ ਕੀਰਤਨ ਦੀ ਗੱਲ ਕਰਦੇ ਹੋ, ਕੱਲ੍ਹ ਉਹ ਵੀ ਹੋ ਜੂਗੀ, ਕਿਵੇਂ ਰੋਕੋਗੇ ਫਿਰ ਉਸ ਨੂੰ? ਇੱਕ ਪ੍ਰਸਾਰਣ ਦਾ ਜ਼ਿਕਰ ਆਇਆ ਕਿ ਇਹ ਅਮੈਂਡਮੈਂਟ ਬਿੱਲ ਤਾਂ ਲਿਆਂਦਾ ਗਿਆ, ਪਰ ਜਿਹੜਾ ਪ੍ਰਸਾਰਣ ਬਾਰੇ ਫੈਸਲਾ ਲੈਣ ਦਾ ਅਧਿਕਾਰ ਹੈ ਉਹ ਤਾਂ ਕੇਂਦਰੀ ਸੂਚਨਾ ਮੰਤਰਾਲੇ ਦਾ ਅਧਿਕਾਰ ਖੇਤਰ ਹੈ। ਉਹ ਕਿਸ ਤਰੀਕੇ ਇਸ ਐਕਟ ਦੇ ਜ਼ਰੀਏ ਕਿਵੇਂ ਪ੍ਰਭਾਵਿਤ ਹੋਏਗਾ? ਕਿ ਜਿਹੜਾ ਕਿਹਾ ਜਾ ਰਿਹਾ ਕਿ ਸਾਰਿਆਂ ਨੂੰ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਮਿਲ ਜਾਏਗਾ, ਕੀ ਮਿਲ ਜਾਏਗਾ ਇਸ ਸੋਧ ਬਿੱਲ ਦੇ ਨਾਲ? ਦੇਖੋ, ਮੈਂ ਇਹ ਲੀਗਲ ਐਸਪੈਕਟ ਦੇ ਵਿੱਚ ਜਾਣਾ ਨਹੀਂ ਚਾਹੁੰਦਾ। ਇਹ ਲੀਗਲ ਵਾਲਾ ਨਹੀਂ ਹੈ। ਮੈਂ ਸਿਰਫ ਉੱਥੋਂ ਤੱਕ ਮੈਂ ਇਹ ਐਕਟ ਦੀ ਅਮੈਂਡਮੈਂਟ ਵਾਲੇ ਪਾਸੇ ਨੂੰ ਜਾਣਾ ਚਾਹੁੰਦਾ। ਅੱਜ ਮੇਰਾ ਮਸਲਾ ਇਹ ਆ ਕਿ ਜੋ ਸਿੱਖ ਭਾਰਤ ਸਰਕਾਰ ਦਾ ਸਮਝੌਤਾ, ਉਹਦੀ ਕਿਸੇ ਵੀ ਤਰ੍ਹਾਂ ਲੱਗਣਾ ਨਾ ਹੋਵੇ। ਉਹ ਦੂਜੇ ਉਹ ਲੀਗਲ ਕੰਮ ਆ, ਉਹ ਸੈਪਰੇਟ ਨੇ। ਇੱਕ ਆਖਰੀ ਸਵਾਲ ਤੁਹਾਡਾ, ਐਸਜੀਪੀਸੀ ਤੇ ਸੂਬੇ ਦੀ ਸਰਕਾਰ ਨੂੰ, ਮੁੱਖ ਮੰਤਰੀ ਨੂੰ ਕੀ ਸਲਾਹ ਹੈ ਕਿ ਦੋਵੇਂ ਕੀ ਮਿਲ ਕੇ ਇਸ ਮਸਲੇ ਦਾ ਹੱਲ ਬਿਨਾਂ ਕਿਸੇ ਟਕਰਾਅ ਤੋਂ ਕੱਢ ਸਕਦੇ? ਦੇਖੋ, ਇਹ ਤਾਂ ਹੁਣ ਹੱਲ ਤਾਂ ਬੜਾ ਸੌਖਾ ਨਿਕਲਣਾ ਪੈਣਾ ਔਰ ਨਿਕਲਣਾ ਚਾਹੀਦਾ ਵੀ ਹੈ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਚਾਹੇ ਜਥੇਦਾਰ ਹੁਣ ਨਹੀਂ ਹਨ, ਪਰ ਫਿਰ ਵੀ ਉਹ ਹੁਕਮ ਸੀ ਅਕਾਲ ਤਖਤ ਸਾਹਿਬ ਜਥੇਦਾਰ ਦਾ, ਐਸਜੀਪੀਸੀ ਨੂੰ ਵੀ ਮੰਨਣਾ ਪੈਣਾ ਉਹ ਹੁਕਮ। ਤੇ ਹੁਣ ਜਦੋਂ ਉਹਨਾਂ ਦਾ ਟਰਮ ਪਿਛਲੀ ਖਤਮ ਹੋ ਗਈ, ਅਗਲੀ ਟਰਮ ਦੇ ਵਿੱਚ ਆਈ ਐਮ ਸ਼ੋਰ
ਕਿ ਇਹ ਅਗਲੀ ਟਰਮ ਦੇ ਵਿੱਚ ਇਹ ਗੁਰਬਾਣੀ ਦੇ ਪ੍ਰਸਾਰਣ ਦੀ ਮਲਕੀਅਤ ਜਾਂ ਕਾਪੀਰਾਈਟ ਕਿਸੇ ਚੈਨਲ ਨੂੰ ਨਹੀਂ ਦਿੱਤਾ ਜਾਏਗਾ। ਤਾਂ ਇਹ ਹੁਣ ਇਹ ਮੌਕਾ ਕਿ ਇਸ ਨੂੰ ਜਿਹੜਾ ਸਹਿਮਤੀ ਦੇ ਨਾਲ ਇਸ ਨੂੰ ਨਜਿੱਠਿਆ ਜਾਵੇ। ਇਹ ਪ੍ਰੈਸ਼ਰ ਐਕਟ ਦੇ ਨਾਲ ਇਹ ਬਿੱਲ ਪਾਸ ਕਰਨ ਨਾਲ ਪ੍ਰੈਸ਼ਰ HEPC ਤੇ ਆ ਗਿਆ। ਹੁਣ ਸਰਕਾਰ ਇਹਨੂੰ ਉਡੀਕ ਲਏ, ਮਹੀਨੇ ਕੁ ਦਾ ਟਾਈਮ ਦੇਵੇ, ਉਡੀਕ ਕੇ ਸਿੱਖ ਬੁੱਧੀਜੀਵੀਆਂ ਨੂੰ ਵਿੱਚ ਪਾਵੇ ਔਰ HEPC ਨੂੰ ਫੋਰਸ ਕਰੇ, ਪਬਲਿਕ ਨੂੰ ਅਪੀਲ ਦੇਵੇ। ਅਕਾਲੀ ਦਲ ਬਾਦਲਾਂ ਲੀਡਰਾਂ ਨੂੰ ਫੋਰਸ ਕਰੀਏ ਤੇ ਉਸ ਤਰੀਕੇ ਨਾਲ ਕਰਾਈਏ। ਮੇਰੀ ਤਾਂ ਇਹ ਬੇਨਤੀ ਹੈ।